ਵਾਹਿਗੁਰੂ ਸਾਹਿਬ ਜੀਓ। ਹਮਿ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬੇਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਤਨ ਮਨ ਸੌਂਪੇ ਜੀ ਸੋ ਭਾਈ, ਲਏ ਹੁਕਮ ਫਿਰਾਓ। ਜਹ ਬੈਸਾਵਹਿ ਬੈਸਹਿ ਭਾਈ, ਜਹ ਭੇਜਹਿ ਤਹ ਜਾਓ। ਏਵੜ ਧਨ ਹੋਰ ਕੋ ਨਹੀਂ ਭਾਈ, ਜੇਵੜ ਸੱਚਾ ਨਾਓ। ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਅੰਮ੍ਰਿਤ ਬਾਣੀ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ। ਉਸ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਵਾਰਾਂ ਤੋਂ ਵਧੇਕ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਪੱਲਿਆਂ ਦੀ ਬੰਸ ਦੇ ਅਵਤੰਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 50 ਪੌੜੀਆਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਅਗਲੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। ਹੁਣ ਜੋ ਅਗਲਾ ਸ਼ਲੋਕ ਆਰੰਭ ਹੋ ਰਿਹਾ ਹੈ, ਇਹਦੀ ਉਥਾਨਕਾ ਇਸ ਪ੍ਰਕਾਰ ਹੈ। ਕੋਈ ਕੀਰਤਨੀਆ ਆਇਆ, ਉਸਨੇ ਧਨਾਸਰੀ ਰਾਗਣੀ ਗਾਇਨ ਕੀਤੀ। ਸਾਰੇ ਲੋਕ ਆਸ਼ੀਸ਼ ਕਰ ਉਠੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਕਿਵੇਂ ਲੱਗਿਆ ਹੈ? ਇਸ ਰਾਗੀ ਸਿੰਘ ਨੇ ਬੜੀ ਸੋਹਣੀ ਧਨਾਸਰੀ ਰਾਗਣੀ ਗਾਈ ਹੈ। ਤਾਂ ਗਰੀਬਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਲੋਕ ਦੁਆਰਾ ਉਸ ਰਾਗੀ ਸਿੰਘ ਨੂੰ ਉਪਦੇਸ਼ ਦਿੱਤਾ। ਧਨਾਸਰੀ ਧਨਵੰਤੀ ਜਾਣੀਐ ਭਾਈ, ਧਨਾਸਰੀ ਰਾਗਣੀ ਹੈ। ਇਹ ਗਾਈ ਹੋਈ ਤਾਂ ਸਫਲ ਹੈ। ਧਨਵੰਤੀ ਦਾ ਅਰਥ ਹੈ ਧਨ ਵਾਲੀ, ਭਾਗਾਂ ਵਾਲੀ। ਇਹ ਧਨਾਸਰੀ ਰਾਗਣੀ ਗਾਈ ਹੋਈ ਭਾਗਾਂ ਵਾਲੀ ਤਾਂ ਜਾਣੀ ਜਾ ਸਕਦੀ ਹੈ
ਜਿਹੜਾ ਗਾਉਣ ਵਾਲਾ ਹੈ ਜਾਂ ਸਤਿਗੁਰ ਕੀ ਕਾਰ ਕਮਾਏ, ਜੇ ਉਹ ਸਤਿਗੁਰੂ ਦੀ ਨਿਰਮਾਣ ਤੇ ਨਿਸਕਾਮ ਹੋ ਕੇ ਸੇਵਾ ਕਰੇ। ਬਹੁਤ ਸਾਰੇ ਰਾਗੀ ਨਿਰਮਾਣ ਤੇ ਨਿਸਕਾਮ ਸੇਵਾ ਕਰਦੇ ਰਹੇ, ਹੁਣ ਵੀ ਵਿਰਲੇ ਹੋਣਗੇ। ਨਹੀਂ ਤੇ ਬਹੁਤਿਆਂ ਨੇ ਕੀਰਤਨ ਨੂੰ ਵਪਾਰ ਬਣਾ ਲਿਆ। ਇਸੇ ਲਈ ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਹਨ, ਧਨਾਸਰੀ ਧਨਵੰਤੀ ਭਾਗਾਂ ਵਾਲੀ ਤਾਂ ਜਾਣੀ ਜਾ ਸਕਦੀ ਹੈ ਜੇ ਗਾਉਣ ਵਾਲਾ ਸਤਿਗੁਰੂ ਦੀ ਸੇਵਾ ਕਰੇ, ਤਨ ਮਨ ਧਨ ਦੇ ਨਾਲ ਗੁਰੂ ਦੀ ਟਹਿਲ ਕਰੇ, ਫਿਰ ਧਨਾਸਰੀ ਰਾਗਣੀ ਗਾਈ ਸਫਲ ਹੈ। ਭਾਵ ਰਾਗੀ ਸਿੰਘਾਂ ਨੂੰ ਵੀ ਸੇਵਾ ਕਰਨੀ ਚਾਹੀਦੀ ਹੈ। ਉਹ ਆਪਣੇ ਹੰਕਾਰ ਦੇ ਵਿੱਚ ਹੀ, ਮਾਣ ਦੇ ਵਿੱਚ ਹੀ ਅਸੀਂ ਹਜ਼ੂਰੀ ਰਾਗੀ ਹਾਂ, ਇਸ ਮਾਣ ਦੇ ਵਿੱਚ ਨਾ ਰਹਿਣ। ਉਹਨਾਂ ਨੂੰ ਵੀ ਸੇਵਾ ਕਰਨੀ ਚਾਹੀਦੀ ਹੈ। ਅਥਵਾ ਧਨਾਸਰੀ ਧਨਵੰਤੀ ਜਾਣੀਐ ਭਾਈ, ਧਨਾਸਰੀ ਰਾਗਣੀ ਵੀ ਹੈ। ਇਸ ਸ਼ਲੋਕ ਦੇ ਵਿਚਲੇ ਭਾਵ ਤੋਂ ਇਉਂ ਮਾਲੂਮ ਹੁੰਦਾ ਹੈ, ਕੋਈ ਬੀਬੀ ਹਜ਼ੂਰ ਦੇ ਪਾਸ ਆਈ, ਉਹਦਾ ਨਾਮ ਹੀ ਧਨਾਸਰੀ ਸੀ। ਉਹਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਹਜ਼ੂਰ ਨੇ ਉਸ ਧਨਾਸਰੀ ਨਾਮ ਵਾਲੀ ਬੀਬੀ ਨੂੰ ਉਪਦੇਸ਼ ਦਿੱਤਾ ਹੈ, ਧਨਾਸਰੀ ਧਨਵੰਤੀ ਜਾਣੀਐ ਭਾਈ। ਹੇ ਭਾਈ, ਧਨਾਸਰੀ ਜੋ ਇਹ ਬੀਬੀ ਹੈ, ਧਨਵੰਤੀ ਬੜੀ ਧਨ ਵਾਲੀ ਹੈ, ਇਹਦੇ ਕੋਲੇ ਮਾਇਆ ਬੇਅੰਤ ਹੈ। ਪਰ ਭਾਗਾਂ ਵਾਲੀ, ਅਸਲੀ ਧਨ ਵਾਲੀ ਤਾਂ ਜਾਣੀ ਜਾ ਸਕਦੀ ਹੈ ਜਾਂ ਸਤਿਗੁਰ ਕੀ ਕਾਰ ਕਮਾਏ, ਜੇ ਉਹ ਸਤਿਗੁਰੂ ਦੀ ਕਾਰ ਸੇਵਾ ਟਹਿਲ ਕਮਾਵੇ। ਰਾਗੀਆਂ ਨੂੰ ਵੀ ਉਪਦੇਸ਼ ਹੈ ਤੇ ਬੀਬੀਆਂ ਨੂੰ ਵੀ ਉਪਦੇਸ਼ ਹੈ। ਤੀਸਰਾ ਹੈ ਸਿਧਾਂਤਕ ਅਰਥ। ਧਨਾਸਰੀ ਦਾ ਅਰਥ ਹੈ ਬੁੱਧੀ। ਗੁਰਮੁਖਾਂ ਦੀ ਬੁੱਧੀ ਧਨਵੰਤੀ ਨਾਮ ਧਨ ਦੀ ਪ੍ਰਾਪਤੀ ਵਾਲੀ ਤਾਂ ਜਾਣੀ ਜਾ ਸਕਦੀ ਹੈ। ਹੇ ਭਾਈ, ਜੇ ਉਹ ਸਤਿਗੁਰੂ ਦੀ ਸੇਵਾ ਟਹਿਲ ਕਰੇ, ਸਤਿਗੁਰੂ ਦੀ ਸੇਵਾ ਕਰਕੇ ਇਸ ਬੁੱਧੀ ਨੂੰ ਨਾਮ ਦਾ ਧਨ ਪ੍ਰਾਪਤ ਹੋ ਸਕਦਾ ਹੈ। ਤਨ ਮਨ ਸੌਂਪੇ ਜੀ ਸੋ ਭਾਈ, ਲਏ ਹੁਕਮ ਫਿਰਾਓ। ਲੋ ਜੀਵ ਇਸਤਰੀ ਨੂੰ ਚਾਹੀਦਾ ਹੈ, ਤਨ ਮਨ ਜੀ ਤੋਂ ਪਾਵੈ ਜਿੰਦ ਜਾਨ। ਜਿੰਦ ਜਾਨ 100 ਦਾ ਅਰਥ ਹੈ ਸਮੇਤ। ਇਹ ਤਨ ਤੇ ਮਨ ਜਿੰਦ ਜਾਨ ਸਮੇਤ ਗੁਰੂ ਨੂੰ ਅਰਪਣ ਕਰ ਦੇਵੇ। ਹੇ ਭਾਈ, ਲਏ ਹੁਕਮ ਫਿਰਾਓ। ਫਿਰ ਗੁਰੂ ਦਾ ਹੁਕਮ ਸਿਰ ਮੱਥੇ ਤੇ ਮੰਨੇ। ਜਿੱਧਰ ਗੁਰੂ ਦਾ ਹੁਕਮ ਹੋਵੇ ਉਸੇ ਪਾਸੇ ਫਿਰਦਾ ਰਵੇ। ਬਈ ਤੂੰ ਝਾੜੂ ਫੇਰ ਲੈ, ਸਤ ਬਚਨ ਜੀ, ਝਾੜੂ ਫੇਰਨ ਲੱਗ ਗਿਆ। ਤੂੰ ਦਰੀਆਂ ਝਾੜ ਲੈ, ਦਰੀਆਂ ਝਾੜਨ ਲੱਗ ਪਿਆ। ਚੱਲ ਤੂੰ ਹੁਣ ਲੰਗਰ ਤਿਆਰ ਕਰ ਲੈ, ਲੰਗਰ ਤਿਆਰ ਕਰਨ ਲੱਗ ਗਿਆ। ਫਿਰ ਤੂੰ ਹੁਣ ਗੁਰਬਾਣੀ ਪੜ੍ਹ ਲੈ, ਗੁਰਬਾਣੀ ਪੜ੍ਹਨ ਲੱਗ ਗਿਆ। ਬਸ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਤੇ ਭਾਈ ਉਹਦੀ ਬੁੱਧੀ, ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਅਥਵਾ ਤਨ ਮਨ ਸੌਂਪੇ ਜੀ ਸੌ ਭਾਈ, ਆਪਣਾ ਤਨ ਮਨ ਤੇ ਜਿੰਦ ਜਾਨ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਪਣ ਕਰ ਦੇਵੇ। ਜੀਵ ਇਸਤਰੀ ਲਏ ਹੁਕਮ ਫਿਰਾਓ ਤੇ ਵਾਹਿਗੁਰੂ ਦਾ ਹੁਕਮ ਮੰਨ ਕੇ ਜਿੱਧਰ ਉਹ ਲੈ ਕੇ ਫਿਰਦਾ ਰਵੇ, ਉਹਦੇ ਮਗਰ ਮਗਰੋਂ ਪਿੱਛਾ ਲਾਗ ਚਲੀ ਤੁਰਦੇ ਰਹਿਣਾ ਚਾਹੀਦਾ ਹੈ। ਜਹ ਬੈਸਾਵਹਿ ਬੈਸਹਿ ਭਾਈ,
ਜਹ ਭੇਜੈ ਤਹ ਜਾਓ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਸਿੱਖ ਨੂੰ ਚਾਹੀਦਾ, ਗੁਰਮੁਖ ਰੂਹ ਨੂੰ ਚਾਹੀਦਾ, ਜਿੱਥੇ ਸਤਿਗੁਰੂ ਬੈਠਾ ਦੇਣ, ਹੇ ਭਾਈ ਉੱਥੇ ਹੀ ਅਮਨ ਚੈਨ ਦੇ ਨਾਲ ਬੈਠ ਜਾਵੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੇ ਵਿੱਚ ਸੇਵਾ ਕਰਦੇ ਸਨ। ਗੁਰੂ ਨਾਨਕ ਸਾਹਿਬ ਤੋਂ ਇੱਕ ਮਿੰਟ ਵੀ ਲਾਂਭੇ ਨਹੀਂ ਸਨ ਹੁੰਦੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਨਾਲ ਹੀ ਇਹ ਬਚਨ ਕਹਿ ਦਿੱਤਾ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਖਡੂਰ ਸਾਹਿਬ ਚਲੇ ਗਏ। ਹੁਣ ਉੱਥੇ ਜਾ ਕੇ ਇਹ ਕੋਠੜੀ ਦਾ ਦਰਵਾਜ਼ਾ ਬੰਦ ਕਰਵਾ ਲਿਆ, ਇੱਟਾਂ ਚਿਣਵਾ ਕੇ। ਉਹਦੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਨ ਲੱਗੇ। ਜਦੋਂ ਬਹੁਤੀ ਖਿੱਚ ਪਈ, ਕੋਈ ਪਿਆਰਾ ਬਹੁਤਾ ਯਾਦ ਕਰਦਾ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਜਾਂਦੇ ਨੇ। ਉੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ। ਉੱਥੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦੇ ਨੇ, ਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੇ ਪਿਆਰ ਦੇ ਵਿੱਚ ਨਾਲ ਨਾਲ ਤੁਰੇ ਜਾਂਦੇ ਨੇ। ਉਹਨਾਂ ਦਾ ਅੰਦਰਲਾ ਭਾਵ ਇਹ ਸੀ ਵੀ ਮੈਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਨਾਲ ਹੀ ਲੈ ਜਾਓ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ, ਗੁਰਮੁਖਾ ਇੱਥੇ ਬਹਿ ਜਾ। ਤਪਿਆਣਾ ਸਾਹਿਬ ਗੁਰਦੁਆਰਾ ਖਡੂਰ ਸਾਹਿਬ ਬਣਿਆ ਹੋਇਆ ਹੈ। 6 ਮਹੀਨੇ ਉੱਥੇ ਚੌਂਕੜਾ ਲਾ ਕੇ ਬੈਠ ਕੇ, ਨਾ ਘਰ ਗਏ, ਨਾ ਕਿਤੇ ਆਸੇ ਪਾਸੇ ਹੋਰ, ਬਸ ਗੁਰੂ ਦਾ ਹੁਕਮ ਮੰਨਿਆ। ਜਿੱਥੇ ਗੁਰੂ ਬੈਠਾ ਦੇਵੇ, ਜੇ ਸਤਿਗੁਰੂ ਕਹਿ ਦੇਣ ਭਾਈ ਉਬਲਦੀ ਦੇਗ ਵਿੱਚ ਬੈਠਣਾ ਪਵੇਗਾ, ਉੱਥੇ ਵੀ ਬੈਠ ਜਾਵੇ। ਜੇ ਤੱਤੀ ਲੋਹ 'ਤੇ ਬੈਠਣਾ ਪਵੇ, ਉੱਥੇ ਵੀ ਬੈਠ ਜਾਵੇ। ਜੇ ਰਾਜ ਗੱਦੀ 'ਤੇ, ਰਾਜ ਸਿੰਘਾਸਨ 'ਤੇ ਸਤਿਗੁਰੂ ਬੈਠਾਉਣ, ਉੱਥੇ ਵੀ ਬੈਠ ਜਾਵੇ। ਬਸ ਗੱਲ 'ਤੇ ਗੁਰੂ ਦਾ ਹੁਕਮ ਮੰਨਣਾ ਹੈ। ਹੇ ਭਾਈ, ਜਿੱਥੇ ਸਤਿਗੁਰੂ ਬੈਠਾਉਣ ਉੱਥੇ ਬੈਠ ਜਾਣਾ ਚਾਹੀਦਾ ਹੈ। ਜਹ ਭੇਜਹਿ ਤੈ ਜਾਓ, ਜਿੱਥੇ ਸਤਿਗੁਰੂ ਭੇਜਣ ਵੀ ਹੁਣ ਤੂੰ ਸੇਵਾ ਲਈ, ਬੰਦਗੀ ਦੇ ਲਈ ਕਿਤੇ ਇਕਾਂਤ ਅਸਥਾਨ 'ਤੇ ਚਲਿਆ ਜਾ। ਜਿੱਥੇ ਸਤਿਗੁਰੂ ਭੇਜਣ ਉੱਥੇ ਜਾਣਾ ਚਾਹੀਦਾ ਹੈ। ਏਵੜ ਧਨ ਹੋਰ ਕੋ ਨਹੀਂ ਭਾਈ, ਜੇਵੜ ਸੱਚਾ ਨਾਉ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਆਪਾਂ ਸਤਿਗੁਰੂ ਦੀ ਸੇਵਾ ਕਰਾਂਗੇ, ਸਤਿਗੁਰੂ ਦੀ ਆਗਿਆ ਮੰਨਾਂਗੇ, ਫਿਰ ਸਤਿਗੁਰੂ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਉਣਗੇ। ਜੇਵੜ ਸੱਚਾ ਨਾਉ, ਜਿੱਡਾ ਵੱਡਾ ਸੱਚਾ ਨਾਮ ਦਾ ਧਨ ਹੈ, ਏਡਾ ਵੱਡਾ ਹੋਰ ਕੋਈ ਦੁਨੀਆ ਦੇ ਵਿੱਚ ਧਨ ਨਹੀਂ ਹੈ। ਕਈ ਤਰ੍ਹਾਂ ਦੇ ਧਨ ਵਿਦਵਾਨਾਂ ਨੇ ਮੰਨੇ ਹਨ। ਗੋ ਧਨ, ਗਜ ਧਨ, ਰਤਨ ਧਨ, ਕੰਚਨ ਧਨ, ਸੁਖਾਨ, ਜਬ ਆਵੇ ਸੰਤੋਖ ਧਨ, ਸਭ ਧਨ ਤੂਲ ਸਮਾਨ। ਸੰਤੋਖ ਦਾ ਧਨ ਸਭ ਤੋਂ ਵੱਡਾ ਮੰਨਿਆ। ਉਹ ਸੰਤੋਖ ਨਾਮ ਦੁਆਰਾ ਪ੍ਰਾਪਤ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿੱਡਾ ਵੱਡਾ ਸੱਚਾ ਨਾਮ ਧਨ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਏਡਾ ਵੱਡਾ ਹੋਰ ਕੋਈ ਦੁਨੀਆ ਦੇ ਵਿੱਚ ਧਨ ਹੈ ਹੀ ਨਹੀਂ ਹੈ। ਇਹ ਤੇ ਹੀਰੇ ਮੋਤੀ ਰਤਨ ਜਵਾਹਰਾਤ ਨਾਲੋਂ ਵੀ ਅਮੋਲਕ ਹੈ। ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ ਰਹਾਓ। ਹੇ ਭਾਈ, ਮੇਰੇ ਮਨ ਦੇ ਵਿੱਚ ਇੱਕ ਚਾਹ ਹੈ। ਕੀ ਚਾਹ ਹੈ? ਮੈਂ ਹਮੇਸ਼ਾ ਲਈ ਉਹ ਸੱਚੇ ਮਾਲਕ ਵਾਹਿਗੁਰੂ ਦੇ ਗੁਣ ਗਾਉਂਦਾ ਰਵਾਂ। ਸਦਾ ਸੱਚੇ ਕੈ ਸੰਗ ਰਹਾਓ, ਅਤੇ ਹਮੇਸ਼ਾ ਉਹ ਸੱਚੇ ਵਾਹਿਗੁਰੂ ਦੇ ਨਾਲ ਹੀ ਮੈਂ ਅੰਦਰੋਂ ਜੁੜਿਆ ਰਵਾਂ। ਰਸਨਾ ਤੋਂ ਗੁਣ ਗਾਵਾਂ ਅਤੇ ਅੰਦਰੋਂ ਆਤਮਾ ਕਰਕੇ, ਸੁਰਤ ਕਰਕੇ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਵਾਂ। ਪੈਨਣ ਗੁਣ ਚੰਗਿਆਈਆਂ ਭਾਈ, ਆਪਣੀ ਪਤ ਕੇ ਸਾਧ ਆਪੇ ਖਾਏ। ਫਿਰ ਪਹਿਨਣਾ ਕੀ ਹੈ? ਪੁਸ਼ਾਕ ਕਿਹੜੀ ਪਹਿਨਣੀ ਹੈ? ਜਿਹੜੇ ਦੈਵੀ ਗੁਣ ਨੇ। ਪ੍ਰੇਮ ਪਟੋਲਾ ਤਾਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਪ੍ਰੇਮ ਦੀ ਪੁਸ਼ਾਕ ਪਹਿਨਣੀ ਹੈ। ਪਹਿਨਣ ਗੁਣ ਚੰਗਿਆਈਆਂ ਭਾਈ, ਅਤੇ ਜਿਹੜੀਆਂ ਹੋਰ ਨੇਕੀਆਂ ਨੇ ਉਹ ਵੀ ਸਾਡੀ ਰੂਹ ਦੇ ਕੱਪੜੇ ਨੇ। ਪਹਿਨਣ ਗੁਣ ਚੰਗਿਆਈਆਂ ਭਾਈ,
ਜਿਹੜੇ ਦੈਵੀ ਗੁਣ ਨੇ ਤੇ ਚੰਗਿਆਈਆਂ ਨੇ, ਪਰਉਪਕਾਰ ਦੇ ਕੰਮ ਨੇ, ਇਹੀ ਬਸਤਰ ਪਹਿਨਣੇ ਚਾਹੀਦੇ ਨੇ। ਆਪਣੀ ਪਤ ਕੇ ਸਾਧ ਆਪੇ ਖਾਏ, ਆਪਣੀ ਇੱਜ਼ਤ ਦੇ ਸਵਾਦ ਤੇ ਉਹ ਆਪ ਹੀ ਖਾਂਦਾ ਹੈ। ਇਹਦਾ ਮਤਲਬ ਜਿਹਦੇ ਉੱਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਵਾਹਿਗੁਰੂ ਦੀ ਸਿਫਤ ਸਲਾਹ ਦੇ, ਪਰਉਪਕਾਰ ਦੇ ਰੂਹਾਨੀ ਬਸਤਰ ਪਹਿਨਦਾ ਹੈ ਤੇ ਆਪਣੀ ਇੱਜ਼ਤ ਲੋਕ ਤੇ ਪਰਲੋਕ ਦੀ ਜੋ ਉਸ ਨੂੰ ਪ੍ਰਾਪਤ ਹੁੰਦੀ ਹੈ, ਉਹਦੇ ਸਵਾਦ, ਉਹਦੇ ਫਲ ਵੀ ਆਪ ਹੀ ਛਕਦਾ ਹੈ। ਤਿਸ ਕਾ ਕਿਆ ਸਾ ਲਾਹੀਐ ਭਾਈ, ਦਰਸ਼ਨ ਕਉ ਬਲ ਜਾਏ। ਉਹ ਗੁਰਮੁਖ ਪਿਆਰਾ, ਉਹ ਮਹਾਂਪੁਰਖ, ਉਹ ਦਰਵੇਸ਼, ਉਹ ਫਕੀਰ ਬੰਦਾ ਇਤਨਾ ਮਹਾਨ ਬਣ ਜਾਂਦਾ ਹੈ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਤਿਸ ਕਾ ਕਿਆ ਸਾ ਲਾਹੀਆ ਭਾਈ, ਹੈ ਭਾਈ ਫਿਰ ਉਸ ਦੀ ਕੀ ਸਿਫਤ ਸਲਾਹ ਕਰੀਏ। ਰੱਬ ਦੇ ਪਿਆਰੇ ਦੀ ਸਿਫਤ ਸਲਾਹ ਕੀਤੀ ਨਹੀਂ ਜਾ ਸਕਦੀ। ਕਿਉਂ? ਉਹ ਵਾਹਿਗੁਰੂ ਵਿੱਚ ਆਪੇਦ ਹੋ ਗਿਆ। ਦਰਸ਼ਨ ਕਉ ਬਲ ਜਾਏ, ਅਸੀਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦੇ ਹਾਂ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੈ ਤਾਂ ਪਾਏ। ਭਾਈ ਸਤਿਗੁਰੂ ਵਿੱਚ ਬਹੁਤ ਵੱਡੀਆਂ ਵਡਿਆਈਆਂ ਨੇ। ਵਡਿਆਈਆਂ ਤੋਂ ਭਾਵ ਹੈ ਖੂਬੀਆਂ। ਸਤਿਗੁਰੂ ਵਿੱਚ ਬਹੁਤ ਵੱਡੀਆਂ ਖੂਬੀਆਂ ਨੇ, ਬੜੀਆਂ ਸਿਫਤਾਂ ਨੇ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਾਂ ਨਦਰੀ ਆਈਆਂ। ਜਾ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੀਆਈਆਂ, ਸਹਿ ਤੁਠੈ ਨੌ ਨਿਧ ਪਾਈਆਂ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਇਹ ਸਤਿਗੁਰੂ ਵਿੱਚ ਬਹੁਤ ਵੱਡੀਆਂ ਵਡਿਆਈਆਂ ਨੇ, ਬਹੁਤ ਵੱਡੀਆਂ ਸਿਫਤਾਂ ਨੇ, ਬਹੁਤ ਵੱਡੀਆਂ ਖੂਬੀਆਂ ਨੇ। ਹੇ ਭਾਈ ਕਰਮ ਮਿਲੈ ਤਾਂ ਪਾਏ। ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤੇ ਤਾਂ ਹੀ ਉਹ ਮਿਲਦੀਆਂ ਨੇ ਤੇ ਤਾਂ ਹੀ ਉਹਨਾਂ ਨੂੰ ਮਨੁੱਖ ਪ੍ਰਾਪਤ ਕਰਦਾ ਹੈ। ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੈ ਭਾਏ ਫਿਰਾਏ। ਇੱਕ ਮਨਮੁਖ ਬੰਦੇ ਵੀ ਹੁੰਦੇ ਨੇ। ਗੁਰਮੁਖ ਤਾਂ ਉਹ ਨੇ, ਗੁਰਮੁਖ ਸਨਮੁਖ, ਮਨਮੁਖ ਵੇਮੁਖੀਆ, ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ, ਗੁਰੂ ਦੇ ਮੁਖ ਵੱਲ ਹੀ ਤੱਕਦੇ ਰਹਿੰਦੇ ਨੇ। ਜੋ ਗੁਰੂ ਦਾ ਹੁਕਮ ਹੁੰਦਾ ਉਹਨੂੰ ਸੱਚ ਕਰਕੇ ਮੰਨਦੇ ਨੇ। ਦੂਜੇ ਪਾਸੇ ਮਨਮੁਖ ਬੰਦੇ ਕੀ ਕਰਦੇ ਨੇ? ਇੱਕ ਹੁਕਮ ਮੰਨ ਨਾ ਜਾਣਨੀ ਭਾਈ। ਹੇ ਭਾਈ ਉਹ ਗੁਰੂ ਦਾ ਹੁਕਮ ਮੰਨਣਾ ਹੀ ਨਹੀਂ ਜਾਣਦੇ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਗੁਰੂ ਦਾ ਹੁਕਮ ਮੰਨ ਕੇ ਵੱਡੀਆਂ ਵੱਡੀਆਂ ਬਖਸ਼ਾਂ, ਰਹਿਮਤਾਂ ਪ੍ਰਾਪਤ ਹੁੰਦੀਆਂ ਨੇ ਤੇ ਉਹ ਕੋਈ ਨਾ ਕੋਈ ਟਾਲ ਮਟੋਲ ਹੀ ਕਰਦੇ ਰਹਿੰਦੇ ਨੇ। ਉਹ ਗੁਰੂ ਦੇ ਹੁਕਮ ਨੂੰ ਮੰਨਣਾ ਹੀ ਨਹੀਂ ਜਾਣਦੇ, ਅਥਵਾ ਗੁਰੂ ਦੇ ਹੁਕਮ ਨੂੰ ਮੰਨ ਕੇ ਕਿੰਨੀਆਂ ਉੱਚੀਆਂ ਪਦਵੀਆਂ ਪ੍ਰਾਪਤ ਹੁੰਦੀਆਂ ਨੇ, ਇਸ ਗੱਲ ਨੂੰ ਜਾਣਦੇ ਹੀ ਨਹੀਂ। ਦੂਜਾ ਪਾਏ ਫਿਰਾਏ, ਉਹਨਾਂ ਦਾ ਪ੍ਰੇਮ ਦੂਜੇ ਪਾਸੇ ਹੁੰਦਾ ਹੈ। ਦੁਨੀਆ ਨਾਲ ਪ੍ਰੇਮ ਹੁੰਦਾ ਹੈ, ਮਾਇਆ ਦੇ ਨਾਲ ਮੋਹ ਹੁੰਦਾ ਹੈ, ਪਰਿਵਾਰ ਦੇ ਨਾਲ ਮੋਹ ਹੁੰਦਾ ਹੈ। ਉਹ ਦੂਜੇ ਪ੍ਰੇਮ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ। ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਓ। ਉਹਨਾਂ ਮਨਮੁਖ ਬੰਦਿਆਂ ਨੂੰ ਹੇ ਭਾਈ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਕਦੇ ਢੋਈ ਨਹੀਂ ਮਿਲਦੀ। ਮਨਮੁਖ ਬੰਦਾ ਉਹ ਸਤਿਗੁਰੂ ਦੇ ਪਾਸ ਆਉਂਦਾ ਹੀ ਨਹੀਂ। ਜੇ ਆ ਵੀ ਜਾਵੇ ਫਿਰ ਉਹਦਾ ਉੱਥੇ ਮਨ ਨਹੀਂ ਲੱਗਦਾ। ਜੇ ਆ ਵੀ ਜਾਵੇ ਉਹ ਗੁਰਮੁਖਾਂ ਵਿੱਚ ਬੈਠ ਨਹੀਂ ਸਕਦਾ। ਸੰਗਤ ਟੋਈ ਨਾ ਮਿਲੇ ਭਾਈ। ਹੇ ਭਾਈ ਉਹਨੂੰ ਰੋਕਦਾ ਤੇ ਕੋਈ ਨਹੀਂ, ਪਰ ਉਹਦਾ ਆਪਦਾ ਮਨ ਹੀ ਨਹੀਂ ਉੱਥੇ ਟਿਕਾਓ ਵਿੱਚ ਹੁੰਦਾ। ਇਸੇ ਲਈ ਉਹਨੂੰ ਸੰਗਤ ਵਿੱਚ ਵੀ, ਗੁਰੂ ਦੀ ਸੰਗਤ ਵਿੱਚ ਵੀ ਟੋਈ ਨਹੀਂ ਮਿਲਦੀ। ਬੈਸਣ ਮਿਲੇ ਨਾ ਥਾਓ, ਤੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹਨੂੰ ਬੈਠਣ ਲਈ ਕਦੇ ਕੋਈ ਥਾਂ ਨਹੀਂ ਨਸੀਬ ਹੁੰਦੀ। ਜਿਹਨੂੰ ਇੱਥੇ ਸੰਗਤ ਦੇ ਵਿੱਚ ਗੁਰੂ ਚਰਨਾਂ ਵਿੱਚ ਥਾਂ ਮਿਲ ਜਾਵੇ, ਦਰਗਾਹ ਵਿੱਚ ਵੀ ਉਹਨੂੰ ਵੀ ਥਾਂ ਮਿਲਦੀ ਹੈ। ਜਿਹਨੂੰ ਇੱਥੇ ਗੁਰੂ ਚਰਨਾਂ ਵਿੱਚ ਥਾਂ ਨਹੀਂ ਮਿਲਦੀ, ਉਹਨੂੰ ਅੱਗੇ ਸੱਚਖੰਡ ਦੇ ਵਿੱਚ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਨਹੀਂ ਪ੍ਰਾਪਤ ਹੋ ਸਕਦੀ। ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਧੁਰੇ ਕਮਾਇਆ ਨਾਉ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ। ਹੇ ਭਾਈ ਉਹਨਾਂ ਨੂੰ ਵਾਹਿਗੁਰੂ ਗੁਰੂ ਦਾ ਹੁਕਮ ਮਨਾਉਂਦਾ ਹੈ ਤੇ ਮਨਾਵੇਗਾ।
ਜਿਨ੍ਹਾਂ ਤੁਰੇ ਕਮਾਇਆ ਨਾਉ, ਜਿਨ੍ਹਾਂ ਦੇ ਧੁਰ ਦਰਗਾਹ ਦੇ ਉੱਤੇ ਕੋਈ ਚੰਗਾ ਭਾਗ ਲਿਖਿਆ ਹੁੰਦਾ। ਜਿਨ੍ਹਾਂ ਤੁਰੇ ਕਮਾਇਆ ਨਾਉ, ਜਿਨ੍ਹਾਂ ਨੇ ਧੁਰ ਦਰਗਾਹ ਤੋਂ ਨਾਮ ਦੀ ਕਮਾਈ ਕੀਤੀ ਹੁੰਦੀ ਹੈ। ਭਾਵ ਜਿਨ੍ਹਾਂ ਨੂੰ ਨਾਮ ਦੀ ਕਦਰੋ ਕੀਮਤ ਦਾ ਪਤਾ ਹੁੰਦਾ, ਨਾਮ ਦਾ ਮਹਾਤਮ ਕੀ ਹੈ, ਨਾਮ ਦੀ ਕਰਾਮਾਤ ਕੀ ਹੈ, ਨਾਮ ਦੇ ਵਿੱਚ ਕਿਹੜੀਆਂ ਖੂਬੀਆਂ ਨੇ। ਇਉਂ ਜਿਹੜੇ ਨਾਮ ਦੀ ਕਮਾਈ ਕਰਦੇ ਨੇ, ਨਾਮ ਦੀ ਕਦਰੋ ਕੀਮਤ ਨੂੰ ਜਾਣਦੇ ਨੇ, ਜਿਹੜੇ ਐਸੇ ਗੁਰਮੁਖ ਪਿਆਰੇ ਹਨ, ਹਾਜ਼ੂਰ ਕਹਿੰਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਉਹਨਾਂ ਤੋਂ ਸਦਕੇ ਜਾਂਦੇ ਹਾਂ। ਤਿਨ ਵਿਟੋਂ ਹਉ ਵਾਰਿਆ ਭਾਈ, ਤਿਨ ਕੋ ਸਦ ਬਲਿਹਾਰੈ ਜਾਓ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਜਿਨ੍ਹਾਂ ਨੇ ਧੁਰ ਤੋਂ ਹੀ ਨਾਮ ਨੂੰ ਕਮਾਇਆ, ਭਾਵ ਧੁਰ ਦਰਗਾਹ ਤੋਂ ਹੀ ਨਾਮ ਦੀਆਂ ਬਖਸ਼ਾਂ ਵਰਦਾਨ ਲੈ ਕੇ ਆਏ ਨੇ, ਐਸੇ ਜਿਹੜੇ ਗੁਰਮੁਖ ਨੇ। ਅਥਵਾ ਜਿਨ੍ਹਾਂ ਧੁਰੇ ਕਮਾਇਆ ਨਾਉ, ਧੁਰ ਦਰਗਾਹ ਤੋਂ ਹੀ ਮੁੱਖ ਅਰਥ ਸਮਝਣਾ। ਦੂਸਰਾ, ਜਿਨ੍ਹਾਂ ਧੁਰੇ ਕਮਾਇਆ ਨਾਉ, ਜਿਨ੍ਹਾਂ ਨੇ ਧੁਰ ਤੋਂ ਹੀ, ਜਨਮ ਤੋਂ ਹੀ ਨਾਮ ਦੀ ਕਮਾਈ ਸ਼ੁਰੂ ਕਰ ਦਿੱਤੀ। ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤਰੂ ਤੇ ਪ੍ਰਹਿਲਾਦ ਦਾ ਨਾਮ ਕਿਉਂ ਬਾਣੀ ਵਿੱਚ ਲਿਖਿਆ ਹੋਇਆ? ਉਹਨਾਂ ਨੇ ਬਾਲੋ ਵਸਾ ਵਿੱਚ ਹੀ ਭਗਤੀ ਕਰਨੀ ਆਰੰਭ ਕਰ ਦਿੱਤੀ ਸੀ। ਤਰੂ 5 ਸਾਲ ਦਾ ਸੀ, 5 ਬਰਖ ਕੋ ਅਨਾਥ ਤਰੂ ਬਾਰਕ, ਤੇ ਪ੍ਰਹਿਲਾਦ ਦੀ 8 ਸਾਲ ਦੀ ਉਮਰ ਮੰਨੀ ਗਈ ਹੈ ਜਦੋਂ ਭਗਤੀ ਵਿੱਚ ਲੱਗਿਆ। ਇਸੇ ਲਈ ਜਿਹੜੇ ਧੁਰ ਤੋਂ ਹੀ, ਜਨਮ ਤੋਂ ਹੀ, ਬਚਪਨ ਤੋਂ ਹੀ ਵਾਹਿਗੁਰੂ ਦੀ ਨਾਮ ਦੀ ਕਮਾਈ ਕਰਨ ਲੱਗੇ ਹੋਏ ਨੇ। ਤਿੰਨ ਵਿਟੋਂ ਹੋ ਵਾਰਿਆ ਭਾਈ, ਹੈ ਭਾਈ ਅਸੀਂ ਉਹਨਾਂ ਤੋਂ ਮਨ ਕਰਕੇ ਵੀ ਬਲਿਹਾਰ ਜਾਂਦੇ ਹਾਂ। ਤਿੰਨ ਕੋ ਸਦ ਬਲਿਹਾਰਿਆ ਜਾਉ, ਤੇ ਬਾਣੀ ਕਰਕੇ ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਮਨ, ਬਾਣੀ, ਸਰੀਰ ਕਰਕੇ ਤਿੰਨੇ ਕਾਲਾਂ ਦੇ ਵਿੱਚ ਐਸੇ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ। ਸੇ ਦਾੜੀਆਂ ਸੱਚੀਆਂ, ਜੇ ਗੁਰ ਚਰਣੀ ਲਗਨ। ਲਓ ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਤਨੇ ਵੀ ਗੁਰਸਿੱਖ ਮਾਈ ਭਾਈ ਸਨ, ਸਾਰੇ ਸਾਬਤ ਸੂਰਤ ਵਾਲੇ ਸਨ। ਹੁਣ ਆਹ ਜਿਹੜਾ ਸ਼ਲੋਕ ਆ ਰਿਹਾ ਹੈ, ਇਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਸਿੱਖਾਂ ਦੀਆਂ ਦਾੜੀਆਂ ਦੀ ਤਾਰੀਫ ਲਿਖਦੇ ਨੇ। ਸੇ ਦਾੜੀਆਂ ਸੱਚੀਆਂ, ਭਾਈ ਉਹ ਦਾੜੀਆਂ ਸੱਚੀਆਂ ਨੇ ਜੇ ਗੁਰ ਚਰਨੀ ਲਗਾਨ, ਜਿਹੜੀਆਂ ਗੁਰੂ ਦੇ ਚਰਨਾਂ 'ਤੇ ਲੱਗਦੀਆਂ ਨੇ। ਇਹਦਾ ਮਤਲਬ ਇਹ ਹੈ ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਹਾਂ ਤੇ ਸਾਡਾ ਦਾੜਾ ਵੀ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਹੀ ਛੋ ਜਾਂਦਾ ਹੈ। ਉਹ ਦਾੜੀਆਂ ਸੱਚੀਆਂ ਨੇ ਜਿਹੜੇ ਗੁਰੂ ਦੇ ਚਰਨ ਹੀ ਲੱਗਦੀਆਂ ਨੇ। ਇਤਿਹਾਸ ਵਿੱਚ ਇੱਕ ਬੜਾ ਸੋਹਣਾ ਜ਼ਿਕਰ ਆਉਂਦਾ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ। ਹਾਜ਼ੂਰ ਦੀ ਦਾੜੀ ਬਹੁਤ ਲੰਬੀ ਸੀ, ਬੜੀ ਦਰਸ਼ਨੀ ਸੀ। ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਫਰਜ਼ੰਦ, ਉਦਾਸੀ ਸੰਪਰਦਾਇ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਹਾਜ਼ੂਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਏ। ਬਾਰਠ ਪਿੰਡ ਵਿੱਚ ਰਹਿੰਦੇ ਸਨ। ਉਹਨਾਂ ਦੀ ਉਮਰ ਬਹੁਤ ਵਡੇਰੀ ਸੀ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਸ਼੍ਰੀ ਚੰਦ ਜੀ ਪਾਸ ਗਏ, ਬੜੇ ਅਦਬ ਸਤਿਕਾਰ ਦੇ ਨਾਲ ਨਮਸਕਾਰ ਕੀਤੀ। ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ ਚਾਹੀਦਾ ਸਾਨੂੰ ਸਿਖਾਇਆ। ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ, ਕੌਣ ਹੋ? ਤਾਂ ਸਤਿਗੁਰੂ ਦਾ ਜਵਾਬ ਸੀ, ਅਸੀਂ ਤੁਹਾਡੇ ਦਰ ਦੇ ਗੁਰੂ ਨਾਨਕ ਦੇ ਘਰ ਦੇ ਕੂਕਰ ਹਾਂ। ਨਿਮਰਤਾ ਦੇ ਨਾਲ ਆਖਿਆ, ਹਮ ਕੂਕਰ ਤੇਰੇ ਦਰਬਾਰ। ਫਿਰ ਉਹਨਾਂ ਨੇ ਗੌਰ ਦੇ ਨਾਲ ਤੱਕਿਆ। ਚਿਹਰਾ ਨੂਰ ਦੇ ਨਾਲ ਭਰਿਆ ਹੋਇਆ ਸੀ ਤੇ ਦਾੜਾ ਬੜਾ ਦਰਸ਼ਨੀ ਸੀ, ਬੜਾ ਲੰਬਾ ਸੀ। ਵਿਅੰਗ ਦੇ ਨਾਲ ਪੁੱਛਿਆ, ਤੁਸੀਂ ਗੁਰੂ ਘਰ ਦੇ ਸੇਵਾਦਾਰ ਹੋ,
ਏਡਾ ਵੱਡਾ ਦਾੜਾ ਕਾਹਦੇ ਵਾਸਤੇ ਵਧਾਇਆ ਹੈ? ਇਹ ਇੱਕ ਪਰਖ ਵੀ ਸੀ। ਆਪਾਂ ਜਦੋਂ ਇਹੋ ਜਿਹੀ ਕੋਈ ਗੱਲ ਕਿਸੇ ਨੂੰ ਕਹਿੰਦੇ ਆ ਨਾ, ਤੂੰ ਦਾੜੀ ਕਿਉਂ ਵਧਾਈ ਹੈ ਇੰਨੀ, ਉਹ ਅਗਲਾ ਗੁੱਸਾ ਮੰਨਦਾ ਹੈ। ਹੁਣ ਬਾਬਾ ਸ਼੍ਰੀ ਚੰਦ ਜੀ ਦੇਖਣਾ ਚਾਹੁੰਦੇ ਸਨ ਵੀ ਇਹਨਾਂ ਦੇ ਵਿੱਚ ਗੁੱਸਾ ਆਉਂਦਾ ਕਿ ਨਹੀਂ ਆਉਂਦਾ। ਬਜ਼ੁਰਗ ਸਨ ਅਤੇ ਉਹਨਾਂ ਨੇ ਕਹਿ ਦਿੱਤਾ, ਤੁਸੀਂ ਏਡਾ ਵੱਡਾ ਦਾੜਾ ਕਿਉਂ ਵਧਾਇਆ ਹੈ? ਅਤੇ ਬਾਬਾ ਸ਼੍ਰੀ ਚੰਦ ਜੀ ਦਾ ਬਚਨ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਆਪਣਾ ਦਾੜਾ ਅੱਗੇ ਵਧਾ ਕੇ ਬਾਬਾ ਜੀ ਦੇ ਚਰਨ ਝਾੜਨ ਲੱਗ ਪਏ। ਬਾਬਾ ਜੀ ਇਸ ਵਾਸਤੇ ਦਾੜਾ ਵਧਾਇਆ ਹੈ ਵੀ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨਾਂ ਦੀ ਸੇਵਾ ਕਰੀਏ ਦਾੜੇ ਦੇ ਨਾਲ। ਇਹ ਹੈ ਮਨ ਦੀ ਗਰੀਬੀ, ਇਹ ਹੈ ਸਿੱਖੀ ਦਾ ਸਿਧਾਂਤ। ਹਜ਼ੂਰ ਇੱਥੇ ਫਰਮਾਉਂਦੇ ਨੇ ਉਹ ਦਾੜੀਆਂ ਸੱਚੀਆਂ ਨੇ ਜਿਹੜੀਆਂ ਗੁਰੂ ਦੇ ਚਰਨਾਂ 'ਤੇ ਲੱਗਦੀਆਂ ਹਨ। ਅਨ ਦਿਨ ਸੇਵਨ ਗੁਰ ਆਪਣਾ, ਅਨ ਦਿਨ ਆਨੰਦ ਰਹਾਨ। ਉਹ ਗੁਰਮੁਖ ਪਿਆਰੇ ਜੋ ਦਿਨ ਰਾਤ ਆਪਣੇ ਗੁਰੂ ਦੀ ਸੇਵਾ ਕਰਦੇ ਨੇ ਅਤੇ ਅਨ ਦਿਨ ਆਨੰਦ ਰਹਾਨ, ਅਤੇ ਦਿਨ ਰਾਤ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ। ਬਸ ਜਿਨ੍ਹਾਂ ਦਾ ਸਾਰਾ ਸਮਾਂ ਗੁਰੂ ਦੀ ਸੇਵਾ ਵਿੱਚ ਲੰਘਦਾ ਹੈ, ਦਿਨ ਰਾਤ ਗੁਰੂ ਦੀ ਆਗਿਆ ਵਿੱਚ ਸੇਵਾ ਕਰਦੇ ਨੇ ਅਤੇ ਆਨੰਦ ਵਿੱਚ ਰਹਿੰਦੇ ਹਨ। ਨਾਨਕ ਸੇ ਮੋਹ ਸੋਹਣੇ, ਸੱਚੈ ਦਰ ਦਿਸਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮੂੰਹ ਸੋਹਣੇ ਨੇ, ਉਹ ਦਾੜੀਆਂ ਵੀ ਸੱਚੀਆਂ ਨੇ, ਉਹ ਮੂੰਹ ਵੀ ਸੋਹਣੇ ਨੇ। ਸੱਚਾ ਦਰ ਦਿਸਨ, ਉਹ ਸੱਚੇ ਦਰ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਉਹਨਾਂ ਦੇ ਮੁਖ ਸੋਹਣੇ ਉਜਲੇ ਦਿਸਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਉਹਨਾਂ ਦੇ ਮੂੰਹ ਦਰਗਾਹ ਵਿੱਚ ਵੀ ਸੋਹਣੇ ਹੁੰਦੇ ਨੇ ਅਤੇ ਇਸ ਲਈ ਉਹ ਗੁਰੂ ਦੀ ਸੇਵਾ ਕਰਦੇ ਹਨ। ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲਹਿ ਸੱਚ ਕਮਾਹੇ। ਲਓ ਹੁਣ ਮਹਾਂਪੁਰਖ ਇੱਥੇ ਇਹ ਵੀ ਉਥਾਨਕਾ ਸਰਵਣ ਕਰਵਾਉਂਦੇ ਸਨ ਬਈ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਦੀ ਤਾਰੀਫ ਕੀਤੀ ਸੀ, ਦਾੜੀਆਂ ਸੱਚੀਆਂ। ਹੁਣ ਸੰਗਤ ਵਿੱਚ ਮਾਈਆਂ ਬੀਬੀਆਂ ਵੀ ਬੈਠੀਆਂ ਹੁੰਦੀਆਂ ਨੇ। ਕਿਸੇ ਗੁਰਸਿੱਖ ਨੇ ਕਹਿ ਦਿੱਤਾ, ਮਹਾਰਾਜ ਤੁਸੀਂ ਗੁਰਸਿੱਖਾਂ ਦੀਆਂ ਦਾੜੀਆਂ ਦੀ ਤਾਰੀਫ ਕੀਤੀ ਹੈ ਅਤੇ ਆਹ ਬੀਬੀਆਂ ਨੇ, ਇਹਨਾਂ ਦੇ ਮੂੰਹ 'ਤੇ ਦਾੜੀਆਂ ਨਹੀਂ ਹਨ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਮਾਈ ਭਾਈ ਨੂੰ ਸਾਂਝਾ ਉਪਦੇਸ਼ ਦਿੱਤਾ। ਕੀ ਆਖਿਆ? ਮੁੱਖ ਸੱਚੇ ਸੱਚ ਦਾੜੀਆਂ। ਗੁਰਮੁਖ ਬੀਬੀਆਂ ਦੇ ਮੂੰਹ ਵੀ ਸੱਚੇ ਨੇ ਅਤੇ ਗੁਰਮੁਖ ਸਿੱਖਾਂ ਦੀਆਂ ਦਾੜੀਆਂ ਵੀ ਸੱਚੀਆਂ ਨੇ। ਉਹਨਾਂ ਗੁਰਮੁਖ ਭੈਣਾਂ ਮਾਤਾਵਾਂ ਬੀਬੀਆਂ ਦੇ ਮੂੰਹ ਵੀ ਸੱਚੇ ਨੇ ਅਤੇ ਗੁਰਮੁਖਾਂ ਦੀਆਂ ਦਾੜੀਆਂ ਵੀ ਸੱਚੀਆਂ ਨੇ। ਸੱਚ ਬੋਲਣਾ ਸੱਚ ਕਮਾਏ, ਜਿਹੜੇ ਸੱਚ ਬੋਲਦੇ ਨੇ ਉਹ ਮੂੰਹ ਸੱਚੇ ਨੇ। ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਨੇ ਉਹ ਮੂੰਹ ਸੱਚੇ ਨੇ। ਅਤੇ ਚਾਹੇ ਉਹ ਕੋਈ ਗੁਰਸਿੱਖ ਪੁਰਸ਼ ਹੋਵੇ ਅਤੇ ਚਾਹੇ ਕੋਈ ਮਾਤਾ ਬੀਬੀ ਭੈਣ ਹੋਵੇ, ਉਹਨਾਂ ਦੇ ਮੂੰਹ ਵੀ ਸੱਚੇ ਹਨ। ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਉਹਨਾਂ ਦੇ ਮਨ ਵਿੱਚ ਗੁਰੂ ਦਾ ਸੱਚਾ ਸ਼ਬਦ, ਗੁਰੂ ਉਪਦੇਸ਼ ਵਸ ਜਾਂਦਾ ਹੈ। ਸੱਚਾ ਸ਼ਬਦ ਤੋਂ ਭਾਵ ਗੁਰੂ ਦਾ ਦਿਖਿਆ ਮੰਤਰ, ਜੋ ਪੰਜ ਪਿਆਰੇ ਨਾਮ ਦ੍ਰਿੜ ਕਰਾਉਂਦੇ ਨੇ, ਮੂਲ ਮੰਤਰ ਗੁਰ ਮੰਤਰ, ਉਹ ਉਹਨਾਂ ਦੇ ਮਨ ਵਿੱਚ ਵਸ ਗਿਆ ਹੈ। ਸਤਿਗੁਰ ਮਾਹੇ ਸਮਾਹੇ, ਉਹ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਅਤੇ ਸਤਿਗੁਰੂ ਦੇ ਧਿਆਨ ਦੇ ਵਿੱਚ ਹੀ ਹਮੇਸ਼ਾ ਸਮਾਏ ਰਹਿੰਦੇ ਹਨ। ਸੱਚੀ ਰਾਸੀ ਸੱਚ ਧਨ, ਉੱਤਮ ਪਦਵੀ ਪਾਹੇ। ਉਹਨਾਂ ਦੇ ਕੋਲ ਸੱਚੀ ਰਾਸੀ, ਸੱਚੀ ਪੂੰਜੀ ਨਾਮ ਦੀ ਹੁੰਦੀ ਹੈ ਅਤੇ ਸੱਚਾ ਧਨ ਉਹ ਵੀ ਨਾਮ ਦਾ ਹੀ ਹੁੰਦਾ ਹੈ। ਉੱਤਮ ਪਦਵੀ ਪਾਹੇ, ਉਹ ਗੁਰਮੁਖ ਪਿਆਰੇ ਗੁਰੂ ਦੀ ਸੇਵਾ ਟਹਿਲ ਕਰਕੇ ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਨੂੰ ਗੁਰਮੁਖ
ਪਦਵੀ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਵਿਸ਼ੇਸ਼ ਮਹਾਂਪੁਰਖ ਹੋਣ ਦਾ ਦਰਜਾ ਮਿਲ ਜਾਂਦਾ ਹੈ। ਉਹਨਾਂ ਨੂੰ ਸੰਤ, ਸਾਧੂ, ਮਹਾਤਮਾ, ਦਰਵੇਸ਼ ਇਹਨਾਂ ਲਕਬਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਉਹਨਾਂ ਦੇ ਕੋਲ ਸੱਚਾ ਨਾਮ ਦਾ ਧਨ ਹੁੰਦਾ ਹੈ ਅਤੇ ਸਿਮਰਨ ਦੀ ਪੂੰਜੀ ਵੀ ਉਹਨਾਂ ਕੋਲ ਹੁੰਦੀ ਹੈ। ਇਸੇ ਲਈ ਉਹਨਾਂ ਨੂੰ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਭਾਗ ਅਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮ। ਹੋਰ ਕਿਹੜੀ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ? ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਇਹ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਉੱਚੀ ਪਦਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੱਚ ਸੁਣਹਿ ਸੱਚ ਮੰਨ ਲੈਣ, ਸੱਚੀ ਕਾਰ ਕਮਾਹੇ। ਉਹ ਗੁਰਮੁਖ ਪਿਆਰੇ ਸੱਚ ਨੂੰ ਸੁਣਦੇ ਨੇ। ਸਤਿਗੁਰੂ ਦੀ ਬਾਣੀ ਅਟਲ ਸਚਾਈ ਨੂੰ ਬਿਆਨ ਕਰਦੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਰ ਚੀਜ਼ ਹੈ, ਹਰ ਵਸਤੂ ਹੈ, ਹਰ ਪਦਾਰਥ ਹੈ। ਕੋਈ ਚੀਜ਼ ਐਸੀ ਨਹੀਂ ਜਿਹੜੀ ਇਹਦੇ ਵਿੱਚ ਨਾ ਹੋਵੇ। ਪਰ ਕਿਸੇ ਸਿਆਣੇ ਗੁਰਮੁਖ ਵਿਦਵਾਨ ਨੇ ਆਖਿਆ ਵੀ ਇੱਕ ਚੀਜ਼ ਗੁਰਬਾਣੀ ਵਿੱਚ ਨਹੀਂ ਹੈ। ਤੁਸੀਂ ਆਖੋਗੇ ਵੀ ਜਦੋਂ ਇੱਕ ਪਾਸੇ ਇਹ ਗੱਲ ਕਹਿ ਦਿੱਤੀ, ਸਭ ਕੁਛ ਘਰ ਮਹਿ ਬਾਹਰ ਨਹੀਂ, ਬਾਹਰ ਟੋਲੇ ਸੋ ਪਰਮ ਭੁਲਾਈ, ਉਹ ਕਿਹੜੀ ਚੀਜ਼ ਹੈ ਜਿਹੜੀ ਗੁਰਬਾਣੀ ਵਿੱਚ ਫਿਰ ਨਹੀਂ ਹੈ? ਉਹਦੇ ਬਾਰੇ ਉਸ ਗੁਰਮੁਖ ਵਿਦਵਾਨ ਨੇ ਇਹ ਜਵਾਬ ਦਿੱਤਾ ਵੀ ਗੁਰੂ ਦੀ ਬਾਣੀ ਵਿੱਚ ਝੂਠ ਨਹੀਂ ਹੈ। ਇਹ ਗੱਲ ਸੁਲਾਣੀ ਸੱਚ ਹੈ। ਸਤਿਗੁਰ ਕੀ ਬਾਣੀ ਸੱਚ ਸਰੂਪ ਹੈ, ਗੁਰਬਾਣੀ ਬਣੀ ਹੈ। ਕਈ ਲੋਕ ਬਾਣੀ 'ਤੇ ਵੀ ਸ਼ੰਕਾ ਕਰਨ ਲੱਗ ਜਾਂਦੇ ਨੇ, ਕਈ ਲੋਕ ਬਾਣੀ 'ਤੇ ਵੀ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਨੇ। ਪਰ ਸਤਿਗੁਰੂ ਦੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੀਵੜ ਅਵਰ ਨਾ ਕੋਈ। ਇਹ ਬਾਣੀ ਸੱਚੀ ਬਾਣੀ ਹੈ। ਇਸ ਲਈ ਉਹ ਗੁਰਮੁਖ ਪਿਆਰੇ ਸੱਚ ਨੂੰ ਸੁਣਦੇ ਨੇ। ਬਾਣੀ ਸੱਚ ਦਾ ਹੀ ਤੇ ਵਿਖਿਆਨ ਕਰਦੀ ਹੈ। ਤੇ ਸੱਚ ਮੰਨ ਲੈਣ ਤੇ ਸੱਚ ਨੂੰ ਹੀ ਉਹ ਮੰਨ ਲੈਂਦੇ ਨੇ। ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮੰਨ ਲੈਂਦੇ ਨੇ, ਕਿਉਂਕਿ ਬਾਣੀ ਗੁਰੂ ਹੈ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ, ਸੱਚੀ ਕਾਰ ਕਮਾਹੇ। ਫਿਰ ਉਹ ਸੱਚੀ ਸੇਵਾ ਸਿਮਰਨ ਦੀ ਭਗਤੀ ਦੀ ਕਾਰ ਕਰਦੇ ਹਨ। ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਹੇ। ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਬੈਠਦੇ ਨੇ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ। ਨਾਨਕ ਧਰਮ ਐਸੇ ਚਬ ਹੈ ਕੀਤੋ ਪਵਨ ਪੁਨੀਤ। ਧਰਮਰਾਜ ਵੀ ਕਹਿੰਦਾ ਹੈ ਬਈ ਧੰਨ ਭਾਗ ਨੇ ਤੁਸੀਂ ਇੱਥੇ ਮੈਨੂੰ ਦਰਸ਼ਨ ਦਿੱਤੇ, ਚਰਨ ਪਾਏ। ਸੱਚੀ ਦਰਗਾਹ ਵਿੱਚ ਉਹਨਾਂ ਨੂੰ ਬੜਾ ਸੁੱਖ ਸਤਿਕਾਰ ਦਾ ਆਸਾਨ ਬੈਠਣ ਵਾਸਤੇ ਮਿਲਦਾ ਹੈ। ਸੱਚੇ ਮਾਹੇ ਸਮਾਏ, ਫਿਰ ਉਹ ਸੱਚੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੇ ਹਨ। ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੂਲੇ ਜਾਹੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਦੀ ਸ਼ਰਨ ਤੋਂ ਸੱਚ ਨਾ ਪਾਈਆ। ਸੱਚ ਨਹੀਂ ਪ੍ਰਾਪਤ ਹੁੰਦਾ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਇਹ ਸੱਚਾ ਨਾਮ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਮਨਮੁਖ ਭੁੱਲੇ ਜਾਹੇ, ਤੇ ਮਨਮੁਖ ਆਦਮੀ ਭੁੱਲੇ ਪੜ ਕੇ ਇੱਧਰ ਉੱਧਰ ਜਾਂਦੇ ਨੇ, ਪਰ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜੇ ਸੱਚ ਪ੍ਰਾਪਤ ਕਰਨਾ ਹੈ, ਸੱਚਾ ਨਾਮ, ਸੱਚਾ ਗਿਆਨ ਪ੍ਰਾਪਤ ਕਰਨਾ ਤੇ ਸਤਿਗੁਰੂ ਦੀ ਸ਼ਰਨ ਵਿੱਚ ਹੀ ਆਉਣਾ ਪਵੇਗਾ। ਬਾਬੀਹਾ ਪ੍ਰਿਓ ਪ੍ਰਿਓ ਕਰੇ, ਜਲ ਨਿਧ ਪ੍ਰੇਮ ਪਿਆਰ। ਲਓ ਹੁਣ ਅੱਗੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਨ ਲੱਗੇ ਨੇ। ਬਾਬੀਹਾ ਪ੍ਰਿਓ ਪ੍ਰਿਓ ਕਰੇ। ਬਬੀਹਾ ਇੱਕ ਪੰਛੀ ਦਾ ਨਾਮ ਹੈ। ਉਹਨੂੰ ਆਮ ਲੋਕੀ ਪਪੀਹਾ ਕਹਿੰਦੇ ਨੇ। ਸਤਿਗੁਰੂ ਨੇ ਬਾਬੀਹਾ ਉਸ ਦਾ ਨਾਮ ਲਿਖਿਆ। ਸੋ ਰਹੁ ਵਿਚਾਰ। ਉਸ ਦੇ ਹੋਰ ਵੀ ਕਈ ਨਾਮ ਨੇ, ਚਾਤਰਿਕ, ਸਾਰੰਗ,
ਆਦਿਕ ਹੋਰ ਵੀ ਨਾਮ ਨੇ। ਜਿਹੜਾ ਬਾਬੀਹਾ ਪੰਛੀ ਹੈ ਉਹ ਸ਼ਾਂਤੀ ਬੂੰਦ ਦੇ ਲਈ ਪ੍ਰਿਓ ਪ੍ਰਿਓ ਉਚਾਰਨ ਕਰਦਾ ਰਹਿੰਦਾ। ਜਲ ਨਦ ਪ੍ਰੇਮ ਪਿਆਰ, ਜਲ ਦੀ ਨਿਧੀ ਕੌਣ ਹੈ? ਜਿੱਥੋਂ ਪਾਣੀ ਸਾਨੂੰ ਪ੍ਰਾਪਤ ਹੁੰਦਾ ਉਹ ਹੈ ਬੱਦਲ। ਬੱਦਲਾਂ ਦੇ ਨਾਲ ਉਸ ਦਾ, ਮੇਘ ਮੰਡਲ ਦੇ ਨਾਲ ਉਹਦਾ ਬਹੁਤ ਪ੍ਰੇਮ ਪਿਆਰ ਹੁੰਦਾ। ਪ੍ਰੇਮ ਪਿਆਰ ਇਕੱਠਾ ਵੀ ਸ਼ਬਦ ਵਰਤਿਆ ਜਾਂਦਾ, ਪ੍ਰੇਮ ਪਿਆਰ। ਦੂਸਰਾ ਉਹਦੇ ਤਨ ਦਾ ਵੀ ਪ੍ਰੇਮ ਅਤੇ ਮਨ ਦਾ ਵੀ ਪ੍ਰੇਮ ਬੱਦਲ ਦੇ ਨਾਲ ਹੁੰਦਾ। ਅਤੇ ਉਹ ਪਪੀਹਾ ਪੰਛੀ ਸ਼ਾਂਤੀ ਬੂੰਦ ਦੇ ਲਈ ਪ੍ਰਿਓ ਪ੍ਰਿਓ ਉਚਾਰਨ ਕਰਦਾ। ਅੰਤਰੀ ਭਾਵ ਕੀ ਹੈ? ਗੁਰਮੁਖਾਂ ਦਾ ਚਿੱਤ ਰੂਪੀ ਚਾਤਰਿਕ, ਮਨ ਰੂਪੀ ਬਬੀਹਾ ਹਰ ਵੇਲੇ ਪ੍ਰਿਓ ਪ੍ਰਿਓ ਵਾਹਿਗੁਰੂ 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 ਪ੍ਰੇਮ ਦੇ ਨਾਲ ਉਚਾਰਨ ਕਰਦਾ। ਜਲ ਨਿਧ ਪ੍ਰੇਮ ਪਿਆਰ, ਕਿਉਂਕਿ ਉਸ ਦਾ ਪ੍ਰੇਮ ਪਿਆਰ ਜਲ ਨਿਧ ਗੁਰੂ ਰੂਪੀ ਬੱਦਲ ਦੇ ਨਾਲ ਹੁੰਦਾ। ਸਤਿਗੁਰੂ ਬੱਦਲ ਨੇ। ਸਤਿਗੁਰੂ ਦੇ ਮੂੰਹ ਦੇ ਵਿੱਚੋਂ ਨਾਮ ਦੀ ਸ਼ਾਂਤੀ ਬੂੰਦ ਸਾਨੂੰ ਪ੍ਰਾਪਤ ਹੁੰਦੀ, ਅਥਵਾ ਗੁਰੂ ਦਾ ਉਪਦੇਸ਼ ਵੀ ਸ਼ਾਂਤੀ ਬੂੰਦ ਹੈ, ਅਤੇ ਗੁਰੂ ਦਾ ਦੀਖਿਆ ਮੰਤਰ ਉਹ ਵੀ ਸ਼ਾਂਤੀ ਬੂੰਦ ਹੈ। ਗੁਰਮੁਖ ਦਾ ਮਨ ਰੂਪੀ ਬਬੀਹਾ ਪੰਛੀ ਉਸ ਨਾਮ ਦੀ ਸ਼ਾਂਤੀ ਬੂੰਦ ਦੇ ਲਈ ਪ੍ਰਿਓ ਪ੍ਰਿਓ ਉਚਾਰਨ ਕਰਦਾ ਹੈ, ਅਰਦਾਸਾਂ ਬੇਨਤੀਆਂ ਕਰਦਾ ਹੈ, ਅਤੇ ਉਸ ਦਾ ਗੁਰੂ ਰੂਪੀ ਬੱਦਲ ਦੇ ਨਾਲ ਬਹੁਤਾ ਪ੍ਰੇਮ ਪਿਆਰ ਹੁੰਦਾ ਹੈ। ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁਖ ਨਿਵਾਰਨ ਹਾਰ। ਲਓ, ਜਦੋਂ ਸਤਿਗੁਰੂ ਮਿਲ ਪਏ ਫਿਰ ਸੀਤਲ ਜਲ ਪਾਇਆ। ਉਹ ਜਲ ਜਿਸ ਦੇ ਨਾਲ ਅੰਦਰ ਮਨ ਠੰਡਾ ਹੋ ਜਾਂਦਾ ਹੈ ਉਹ ਹੈ ਨਾਮ ਦਾ ਜਲ। ਆਤਸ਼ ਦੁਨੀਆ ਖੂਨ ਕਾ ਨਾਮ ਖੁਦਾਇਆ, ਤੇਰਾ ਨਾਮ ਕਰੀ ਚਨ ਨਾਠੀਆ, ਜੇ ਮਨ ਉਰਸਾ ਹੋਏ। ਨਾਮ ਚੰਦਨ ਹੈ, ਬਲ ਤੋਂ ਜਲ ਤੋਂ ਤੌਕਿਆ, ਗੁਰ ਚੰਦਨ ਸੀਤ ਲਾਇਓ। ਇਹ ਨਾਮ ਹੀ ਸਾਡੇ ਮਨ ਨੂੰ ਸ਼ਾਂਤੀ ਠੰਡ ਬਖਸ਼ਿਸ਼ ਕਰਦਾ ਹੈ। ਗੁਰੂ ਦੇ ਨਾਲ ਮਿਲ ਕੇ ਨਾਮ ਦਾ ਠੰਡਾ ਜਲ ਪ੍ਰਾਪਤ ਕਰ ਲਿਆ। ਸਭ ਦੁੱਖ ਨਿਵਾਰਨ ਹਾਰ, ਜੋ ਸਾਰੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ। ਤਿਸ ਚੂਕੈ ਸਹਿਜ ਊਪਜੈ, ਚੂਕੈ ਕੂਕ ਪੁਕਾਰ। ਲਓ, ਜਦੋਂ ਗੁਰਮੁਖ ਦੇ ਮਨ ਨੂੰ ਨਾਮ ਦਾ ਜਲ ਪ੍ਰਾਪਤ ਹੋ ਜਾਂਦਾ, ਸ਼ਾਂਤੀ ਬੂੰਦ ਪ੍ਰਾਪਤ ਹੋ ਜਾਂਦੀ ਹੈ, ਤਿਸ ਚੂਕੈ, ਫਿਰ ਉਹਦੀ ਤਿਸ ਦਾ ਅਰਥ ਹੈ ਪਿਆਸ ਮੁੱਕ ਜਾਂਦੀ ਹੈ, ਤ੍ਰੇ ਮਿਟ ਜਾਂਦੀ ਹੈ। ਸਹਿਜ ਉਪਜੈ, ਉਹਦੇ ਅੰਦਰ ਸ਼ਾਂਤੀ ਗਿਆਨ ਪ੍ਰਗਟ ਹੋ ਜਾਂਦਾ। ਚੂਕਾ ਕੂਕ ਪੁਕਾਰ, ਜਿਹੜੀ ਪਹਿਲਾਂ ਉੱਚੀ ਉੱਚੀ ਕੂਕਾਂ ਮਾਰਦਾ ਸੀ, ਪੁਕਾਰਾਂ ਕਰਦਾ ਸੀ, ਪ੍ਰਿਓ ਪ੍ਰਿਓ ਉਚਾਰਨ ਕਰਦਾ ਸੀ, ਫਿਰ ਉਸ ਦੀਆਂ ਕੂਕਾਂ ਅਤੇ ਪੁਕਾਰਾਂ ਸਾਰੀਆਂ ਮੁੱਕ ਜਾਂਦੀਆਂ ਨੇ, ਉਹ ਵੀ ਸਮਾਪਤ ਹੋ ਜਾਂਦੀਆਂ ਨੇ। ਕੂਕ ਪੁਕਾਰ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਦੋਂ ਆਦਮੀ ਨੂੰ ਕੋਈ ਬਹੁਤਾ ਦੁੱਖ ਹੁੰਦਾ ਨਾ, ਫਿਰ ਉਹ ਚੀਕਾਂ ਮਾਰਦਾ, ਕੂਕਾਂ ਮਾਰਦਾ, ਦੁਹਾਈਆਂ ਪਾਉਂਦਾ। ਅਤੇ ਪੁਕਾਰ ਦੁੱਖ ਨਿਵਰਤੀ ਲਈ ਜਿਹੜੀ ਆਪਾਂ ਕੋਈ ਅਰਦਾਸ ਬੇਨਤੀ ਕਰਦੇ ਹਾਂ, ਮਿਹਨਤ ਤਰਲਾ ਕਰਦੇ ਹਾਂ, ਉਹਨੂੰ ਪੁਕਾਰ ਕਹਿੰਦੇ ਨੇ। ਦੁੱਖ ਵਿੱਚ ਕੂਕਾਂ ਨਿਕਲਦੀਆਂ ਨੇ, ਅਤੇ ਫਿਰ ਦੁੱਖ ਨਿਵਰਤੀ ਲਈ ਅਰਦਾਸਾਂ ਬੇਨਤੀਆਂ ਕਰਨੀਆਂ ਪੈਂਦੀਆਂ ਨੇ। ਇਸ ਲਈ ਜਦੋਂ ਨਾਮ ਦਾ ਜਲ, ਠੰਡਾ ਜਲ ਪ੍ਰਾਪਤ ਹੋ ਜਾਂਦਾ ਹੈ, ਫਿਰ ਗੁਰਮੁਖਾਂ ਦੇ ਮਨ ਰੂਪੀ ਪਪੀਹੇ ਪੰਛੀ ਦੀ ਕੂਕ ਪੁਕਾਰ ਵੀ, ਦੁੱਖ ਦੀ ਜਿਹੜੀ ਪੁਕਾਰ ਹੈ ਅਤੇ ਕੂਕ ਹੈ, ਉਹ ਵੀ ਖਤਮ ਹੋ ਜਾਂਦੀ ਹੈ। ਨਾਨਕ ਗੁਰਮੁਖ ਸ਼ਾਂਤ ਹੋਏ, ਨਾਮ ਰਖੋ ਉਰ ਧਾਰ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਗੁਰਮੁਖ ਸ਼ਾਂਤ ਹੋਏ। ਭਾਈ ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਨਾਮ ਰੱਖੋ ਔਰ ਧਾਰ ਗੁਰਮੁਖੋ। ਤੁਸੀਂ ਵੀ ਜੇ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਫਿਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਨਾਮ ਦੇ ਨਾਲ ਹੀ ਸਾਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਭਾਈ। ਨਾਮ ਹੀ ਸ਼ਾਂਤੀ ਬੂੰਦ ਹੈ, ਨਾਮ ਹੀ ਅੰਮ੍ਰਿਤ ਜਲ ਹੈ।
ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਬਾਬੀਹਾ ਤੂੰ ਸੱਚ ਚੋ ਸੱਚੇ ਸੋ ਲਿਵ ਲਾਏ। ਲਓ ਹੁਣ ਗਰੀਬਨਵਾਜ ਸਤਿਗੁਰੂ ਜੀ ਗੁਰਮੁਖ ਬਬੀਹੇ ਪੰਛੀ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ, ਅਥਵਾ ਗੁਰਮੁਖਾਂ ਦੇ ਮਨ ਨੂੰ ਕਹਿੰਦੇ ਨੇ, ਬਾਬੀਹਾ ਤੂੰ ਸੱਚ ਚੋ। ਇਹ ਚਿੱਤ ਰੂਪੀ ਚਾਤਰਕ, ਇਹ ਮਨ ਰੂਪੀ ਬਬੀਹੇ ਪੰਛੀ, ਤੂੰ ਸੱਚ ਚੋ। ਤੂੰ ਹਰ ਵੇਲੇ ਸੱਚਾ ਨਾਮ ਜਪਿਆ ਕਰ। ਚੋ ਦਾ ਅਰਥ ਹੁੰਦਾ ਉਚਾਰਨ ਕਰਨਾ। ਤੂੰ ਹਰ ਵੇਲੇ ਸੱਚਾ ਨਾਮ ਜਪਿਆ ਕਰ ਤੇ ਨਾਲ ਹੀ ਸੱਚੇ ਸੌ ਲਿਵ ਲਾਏ। ਜਿਸ ਦਾ ਨਾਮ ਜਪਣਾ ਹੈ ਉਹ ਸੱਚੇ ਅਕਾਲ ਪੁਰਖ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ, ਧਿਆਨ ਨੂੰ ਜੋੜੀ ਰੱਖ। ਇਹ ਨਾ ਹੋਵੇ ਮਾੜਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਛ ਨਾਹੀਂ। ਨਾਮ ਕਿਸੇ ਦਾ ਹੋਰ ਜਪੀ ਜਾਈਏ ਤੇ ਧਿਆਨ ਕਿਸੇ ਹੋਰ ਪਾਸੇ ਜੋੜਿਆ ਹੋਵੇ, ਇਉਂ ਨਹੀਂ ਗੱਲ ਬਣਨੀ। ਸੱਚੇ ਦੇ ਨਾਲ ਲਿਵ ਲਾ ਕੇ, ਸੱਚੇ ਨਾਲ ਧਿਆਨ ਲਾ ਕੇ ਫਿਰ ਸੱਚੇ ਨਾਮ ਨੂੰ ਜਪੋ। ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ। ਇਹ ਮਨ ਰੂਪੀ ਪਪੀਹੇ ਪੰਛੀ ਤੇਰਾ ਬੋਲਿਆ ਹੋਇਆ ਦਰਗਾਹ ਵਿੱਚ ਥਾਂ ਪਵੇਗਾ, ਪ੍ਰਵਾਨ ਹੋਵੇਗਾ, ਕਬੂਲ ਹੋ ਜਾਵੇਗਾ। ਕਿਵੇਂ? ਗੁਰਮੁਖ ਹੋਏ ਅਲਾਏ, ਜੇ ਗੁਰੂ ਦੁਆਰਾ ਹੋ ਕੇ ਅਲਾਏਗਾ, ਉਚਾਰਨ ਕਰੇਗਾ। ਅਲਾਏ ਦਾ ਅਰਥ ਹੁੰਦਾ ਉਚਾਰਨ ਕਰਨਾ। ਜਦੋਂ ਗੁਰਮੁਖ ਹੋ ਕੇ, ਗੁਰੂ ਵਾਲਾ ਹੋ ਕੇ, ਗੁਰੂ ਦਾ ਆਗਿਆਕਾਰੀ ਸਿੱਖ ਬਣ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੇ ਨਾਲ ਗੁਰੂ ਵਾਲਾ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਫਿਰ ਤੇਰਾ ਨਾਮ ਉਚਾਰਨ ਕੀਤਾ ਬੋਲਿਆ ਹੋਇਆ ਪ੍ਰਵਾਨ ਹੋਵੇਗਾ। ਸ਼ਬਦ ਚੀਨ ਤਿਕ ਉਤਰੈ ਮਨ ਲੈ ਰਜਾਏ। ਗਰੀਬਨਵਾਜ ਸਤਿਗੁਰੂ ਜੀ ਮਨ ਨੂੰ ਕਹਿੰਦੇ ਨੇ, ਐ ਮਨਾ ਸ਼ਬਦ ਚੀਨ, ਤੂੰ ਸ਼ਬਦ ਦੇ ਨਾਲ ਡੂੰਘੀ ਸਾਂਝ ਪਾ, ਜਾਣ ਪਛਾਣ ਹਾਸਲ ਕਰ। ਗੁਰਬਾਣੀ ਦਾ ਸਿਧਾਂਤ ਕੀ ਹੈ, ਗੁਰਬਾਣੀ ਦਾ ਰਸ, ਗੁਰਬਾਣੀ ਦਾ ਰਹੱਸ ਕੀ ਹੈ, ਡੂੰਘੇ ਭੇਤ ਨੂੰ ਸਮਝਣ ਦੀ ਕੋਸ਼ਿਸ਼ ਕਰ ਤੇ ਖੁਤਰੈ, ਫਿਰ ਤੇਰੀ ਜਿਹੜੀ ਤ੍ਰਿਸ਼ਨਾ ਦੀ ਪਿਆਸ ਹੈ ਲੈ ਜਾਵੇਗੀ। ਮਨ ਲੈ ਰਜਾਏ ਤੇ ਨਾਲ ਹੀ ਇਹ ਗੱਲ ਯਾਦ ਰੱਖੀ, ਗੁਰੂ ਦੀ ਆਗਿਆ ਮੰਨ ਲਵੀਂ। ਕੁਛ ਵੀ ਕਰਨ ਤੋਂ ਪਹਿਲਾਂ ਪਹਿਲਾਂ ਗੁਰੂ ਤੋਂ ਹੁਕਮ ਲੈ ਲਵੀਂ। ਗੁਰੂ ਚਰਨਾਂ ਵਿੱਚ ਅਰਦਾਸ ਕਰੀ, ਜੋ ਗੁਰੂ ਦਾ ਹੁਕਮ ਹੋਵੇ ਉਹਨੂੰ ਸਤ ਕਰਕੇ ਮੰਨੀ, ਫਿਰ ਤੇਰਾ ਸਭ ਕੁਝ ਪ੍ਰਵਾਨ ਹੋ ਜਾਵੇਗਾ। ਚਾਰੇ ਕੁੰਡਾ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ। ਜਦੋਂ ਤੂੰ ਗੁਰੂ ਦੀ ਰਜ਼ਾ ਮੰਨ ਕੇ, ਗੁਰੂ ਦੇ ਭਾਣੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪੇਗਾ, ਚਾਰੇ ਕੁੰਡਾਂ ਝੋਕ ਵਰਸਦਾ। ਜਦੋਂ ਬੱਦਲ ਆਉਂਦਾ ਹੈ ਚਾਰੇ ਕੁੰਡਾਂ, ਚਾਰੇ ਦਿਸ਼ਾ ਦੇ ਵਿੱਚ, ਉੱਤਰ, ਦੱਖਣ, ਪੂਰਬ ਤੇ ਪੱਛਮ, ਚਾਰੇ ਕੁੰਡਾਂ ਦੇ ਵਿੱਚ ਝੋਕਦਾ ਅਰਥ ਹੈ ਝੁਕ ਕੇ, ਨੀਵਾਂ ਹੋ ਕੇ ਵਰਸਦਾ ਹੈ। ਬੂੰਦ ਪਵੈ ਸਹਿਜ ਸੁਭਾਏ, ਸੋਤੇ ਸਦ ਉਹਦੇ ਵਿੱਚੋਂ ਬੂੰਦਾਂ ਡਿੱਗਦੀਆਂ ਨੇ, ਕਣੀਆਂ ਡਿੱਗਦੀਆਂ ਨੇ। ਜਦੋਂ ਕੋਈ ਗੁਰਸਿੱਖ ਜਗਿਆਸੂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਹੈ, ਸੱਚੇ ਪਾਤਸ਼ਾਹ ਮੈਨੂੰ ਸ਼ਾਂਤੀ ਬੂੰਦ ਚਾਹੀਦੀ ਹੈ, ਮੈਨੂੰ ਗੁਰੂ ਦੀ ਸਿੱਖਿਆ, ਗੁਰੂ ਦੀ ਦਿਖਿਆ ਚਾਹੀਦੀ ਹੈ, ਫਿਰ ਸਤਿਗੁਰੂ ਗੁਰੂ ਰੂਪੀ ਬੱਦਲ ਨੂੰ ਹੁਕਮ ਕਰਦਾ ਹੈ ਤੇ ਸਤਿਗੁਰੂ ਬੱਦਲ ਵਾਂਗ ਆ ਕੇ ਨਾਮ ਬਾਣੀ ਦੀ ਵਰਖਾ ਕਰਦੇ ਨੇ। ਜਿਵੇਂ ਬੱਦਲ ਚਾਰੇ ਕੁੰਟਾਂ ਵਿੱਚ ਝੁੱਕ ਕੇ ਵਰਸਦਾ ਹੈ, ਇਸੇ ਤਰ੍ਹਾਂ ਸਤਿਗੁਰੂ ਮੇਰਾਂ ਦੇ ਘਰ ਆ ਕੇ ਸਾਰੀਆਂ ਸੰਗਤਾਂ ਨੂੰ, ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਬੂੰਦ ਪਵੈ ਸਹਿਜ ਸੁਭਾਏ, ਜਿਹੜੇ ਜਗਿਆਸੂ ਰੂਪੀ ਪਪੀਹੇ ਪੰਛੀ ਨੇ, ਫਿਰ ਸੁਤੇ ਸੇਧੀ ਉਹਨਾਂ ਦੇ ਮੂੰਹ ਦੇ ਵਿੱਚ ਆ ਕੇ ਗੁਰੂ ਦੀ ਸਿੱਖਿਆ ਰੂਪੀ, ਗੁਰੂ ਦੀ ਦੀਖਿਆ ਰੂਪੀ ਅਥਵਾ ਨਾਮ ਦੀ ਸਵੰਤੀ ਬੂੰਦ ਪੈ ਜਾਂਦੀ ਹੈ। ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਏ। ਵੇਖ ਲੋ ਵਾਹਿਗੁਰੂ ਨੇ ਜਲ ਇੱਕ ਐਸੀ ਵਸਤੂ ਬਣਾਈ ਹੈ, ਪਹਿਲਾ ਪਾਣੀ ਜੀਵ ਹੈ ਜਤ ਹਰਿਆ ਸਭ ਕੋਈ। ਇਸ ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਿਹੜੀ ਜੀਵ ਸ੍ਰਿਸ਼ਟੀ ਹੈ ਉਹ ਪਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਬਿਨ ਜਲ ਪਿਆਸ ਨਾ ਜਾਏ, ਤੇ ਜਿੰਨੇ ਜੀਵ ਨੇ ਉਹਨਾਂ ਦੀ ਜਲ ਤੋਂ ਬਿਨਾਂ ਪਿਆਸ ਵੀ ਨਹੀਂ ਬੁਝਦੀ।
ਤੇ ਜਿਹੜੇ ਖਾਸ ਕਰਕੇ ਗੁਰਮੁਖ ਬੰਦੇ ਨੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਨਾਮ ਤੋਂ ਬਿਨਾਂ ਉਹਨਾਂ ਦੀ ਪਿਆਸ ਨਹੀਂ ਬੁਝਦੀ, ਤੇ ਇਸ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਗੁਰਮੁਖ ਇਸ ਗੱਲ ਨੂੰ ਜਾਣਦੇ ਨੇ, ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਓੰਕਾਰ ਨਾਮ ਹੀ ਹੈ ਨਾ, ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਇਹ ਨਾਮ ਤੋਂ ਸਭ ਕੁਝ ਪੈਦਾ ਹੋਇਆ ਹੈ, ਤੇ ਨਾਮ ਤੋਂ ਬਿਨਾਂ ਸਾਡੇ ਅੰਦਰਲੀ ਪਿਆਸ ਨਹੀਂ ਬੁਝ ਸਕਦੀ। ਨਾਨਕ ਹਰ ਜਲ ਜਿਨ ਪੀਆ, ਤਿਸ ਭੂਖ ਨਾ ਲਾਗੈ ਆਏ। ਗਰੀਬ ਨਿਵਾਸ ਸਤਿਗੁਰੂ ਜੀ ਅੰਤਰੀ ਭਾਵ ਸਪਸ਼ਟ ਕਰਦੇ ਹਨ। ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਜਲ ਨੂੰ ਛਕ ਲਿਆ ਹੈ ਤੇ ਭੂਖ ਨਾ ਲੱਗਾ ਹੈ, ਫਿਰ ਉਹਨਾਂ ਨੂੰ ਆਸਾ ਤ੍ਰਿਸ਼ਨਾ ਦੀ ਭੁੱਖ ਆ ਕੇ ਨਹੀਂ ਲੱਗਦੀ। ਉਹਨਾਂ ਨੂੰ ਆਸਾ ਤ੍ਰਿਸ਼ਨਾ ਦੀ ਆ ਕੇ ਭੁੱਖ ਨਹੀਂ ਸਤਾਉਂਦੀ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਜਲ ਨੂੰ ਛਕ ਲਿਆ, ਉਹ ਹਮੇਸ਼ਾ ਲਈ ਤ੍ਰਿਪਤ ਹੋ ਜਾਂਦੇ ਹਨ। ਬਾਬੀਹਾ ਤੂੰ ਸਹਿਜ ਬੋਲ, ਸੱਚੈ ਸ਼ਬਦ ਸੁਭਾਏ। ਲੋ ਫਿਰ ਮਨ ਨੂੰ ਉਪਦੇਸ਼ ਦਿੰਦੇ ਨੇ, ਅਥਵਾ ਗੁਰਮੁਖ ਬੰਦੇ ਨੂੰ ਉਪਦੇਸ਼ ਦਿੰਦੇ ਨੇ। ਬਾਬੀਹਾ ਤੂੰ ਸਹਿਜ ਬੋਲ, ਐ ਬਬੀਹੇ ਪੰਛੀ, ਐ ਮਨਾ, ਐ ਗੁਰਮੁਖ ਬੰਦਿਆ, ਤੂੰ ਸਹਿਜ ਵਿੱਚ ਵਾਹਿਗੁਰੂ ਦਾ ਨਾਮ ਜਪ। ਬਾਣੀ ਪੜ੍ਹਨ ਵੇਲੇ, ਨਾਮ ਜਪਣ ਦੇ ਵੇਲੇ ਆਲਸ ਨਹੀਂ ਕਰਨੀ ਤੇ ਨਾ ਹੀ ਬਹੁਤੀ ਕਾਹਲੀ ਕਰਨੀ ਹੈ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ। ਜੋ ਵੀ ਕੁਛ ਕਰਨਾ ਹੈ, ਆਪਣੇ ਮਨ ਦੇ ਧੀਰਜ ਨੂੰ, ਟਿਕਾਉ ਨੂੰ ਬਣਾਈ ਰੱਖਣਾ। ਇਸੇ ਲਈ ਹਾਜ਼ੂਰ ਕਹਿੰਦੇ ਨੇ, ਬਾਬੀਹਾ ਤੂੰ ਸਹਿਜ ਬੋਲ, ਐ ਮਨ ਰੂਪੀ ਬਬੀਹੇ ਪੰਛੀ, ਤੂੰ ਸਹਿਜੇ ਸਹਿਜੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਿਆ ਕਰ। ਸੱਚਾ ਸ਼ਬਦ ਸੁਭਾਏ, ਤੇ ਸੱਚੇ ਸ਼ਬਦ ਦੁਆਰਾ ਸੁਭਾਏ ਸੋਹਣੇ ਪ੍ਰੇਮ ਦੇ ਨਾਲ। ਜਿਵੇਂ ਸਤਿਗੁਰੂ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਜਿਵੇਂ ਸੱਚੇ ਸ਼ਬਦ ਦੁਆਰਾ ਸਤਿਗੁਰੂ ਸਮਝਾਉਂਦੇ ਨੇ, ਤੇ ਸੁਭਾਏ ਸੋਹਣੇ ਪ੍ਰੇਮ ਦੇ ਨਾਲ ਤੇ ਸਹਿਜ ਵਿੱਚ ਨਾਮ ਜਪਿਆ ਕਰ। ਸਭ ਕਿਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ। ਲੋ ਜਦੋਂ ਤੂੰ ਨਾਮ ਜਪੇਂਗਾ ਤੇ ਫਿਰ ਇਸ ਗੱਲ ਤੇ ਯਕੀਨ ਕਰੀ, ਸਭ ਕੁਝ ਤੇਰਾ ਨਾਲ ਹੈ। ਸਭ ਕੁਝ ਤੇਰੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੇ। ਜਿਹੜੀਆਂ ਚੀਜ਼ਾਂ ਤੂੰ ਬਾਹਰੋਂ ਭਾਲਦਾ ਫਿਰਦਾ ਹੈ ਨਾ, ਉਹ ਸਭ ਤੇਰੇ ਨਾਲ ਹੀ ਨੇ, ਤੇਰੇ ਅੰਦਰ ਹੀ ਨੇ। ਸਤਿਗੁਰ ਦੀਆ ਦਿਖਾਏ। ਪਰ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਕੋਈ ਆਉਂਦਾ ਹੈ, ਉਹਨੂੰ ਸਤਿਗੁਰੂ ਉਹ ਸਾਰੀਆਂ ਵਸਤਾਂ, ਸਾਰੇ ਖਜ਼ਾਨੇ ਦਿਖਾ ਦਿੰਦੇ ਨੇ। ਗੁਰਮੁਖਾ, ਤੂੰ ਹੁਣ ਸਾਡੇ ਕੋਲ ਆ ਗਿਆ, ਲੈ ਹੁਣ ਫੜ ਇਹ ਚਾਬੀ ਸਿਮਰਨ ਅਭਿਆਸ ਦੀ। ਸੁਰਤ ਸ਼ਬਦ ਦਾ ਅਭਿਆਸ ਕਰਿਆ ਕਰ, ਤੈਨੂੰ ਅੰਦਰਲੇ ਖਜ਼ਾਨੇ ਲੱਭ ਪੈਣਗੇ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਫਿਰ ਉਹ ਸਾਰੇ ਖਜ਼ਾਨੇ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਆਪ ਪਛਾਣ ਹੈ ਪ੍ਰੀਤਮ ਮਿਲੈ, ਵੁੱਠਾ ਸ਼ਹਿਬਰ ਲਾਏ। ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਵੁੱਠਾ ਸ਼ਹਿਬਰ ਲਾਏ, ਜਦੋਂ ਸਤਿਗੁਰੂ ਬੱਦਲ ਵੀ ਉਹ ਵਰਸਦਾ ਹੈ, ਸ਼ਹਿਬਰਾਂ ਲਾ ਦਿੰਦੇ। ਆ ਜਦੋਂ ਔੜ ਲੱਗੀ ਹੋਵੇ ਨਾ, ਤੇ ਫਿਰ ਸਾਉਣ ਦੇ ਮਹੀਨੇ ਝੜੀ ਲੱਗ ਜਾਵੇ, ਤੇ ਸਾਰੇ ਲੋਕ ਖੁਸ਼ ਹੁੰਦੇ ਨੇ। ਖਾਸ ਕਰਕੇ ਜਿਹੜੇ ਕਿਸਾਨ ਨੇ, ਜ਼ਿਮੀਂਦਾਰ ਨੇ, ਖੇਤੀਬਾੜੀ ਦਾ ਕੰਮ ਕਰਨ ਵਾਲੇ ਲੋਕ ਨੇ, ਕਹਿੰਦੇ ਵੀ ਹੁਣ ਤੇ ਬੜੀ ਵਾਹਿਗੁਰੂ ਨੇ ਮਿਹਰ ਕੀਤੀ ਆ, ਸ਼ਹਿਬਰਾਂ ਲਾ ਦਿੱਤੀਆਂ। ਆਪ ਪਛਾਣਾ ਪ੍ਰੀਤਮ ਮਿਲੇ। ਜਦੋਂ ਸਤਿਗੁਰੂ ਵੀ ਮਿਹਰਾਂ ਦੇ ਘਰ ਆ ਕੇ ਵਰਸਦੇ ਨੇ, ਨਾਮ ਬਾਣੀ ਦੀਆਂ ਝੜੀਆਂ ਲਾ ਦਿੰਦੇ ਨੇ, ਤੇ ਫਿਰ ਨਾਲ ਹੀ ਜਿਹੜਾ ਗੁਰ ਉਪਦੇਸ਼ ਨੂੰ ਸੁਣ ਕੇ ਆਪਣੇ ਆਪੇ ਦੀ ਪਛਾਣ ਕਰਦਾ ਹੈ, ਪ੍ਰੀਤਮ ਮਿਲੇ, ਉਹਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ। ਝਿਮ ਝਿਮ ਅੰਮ੍ਰਿਤ ਵਰਸਦਾ, ਤਿਸਨਾ ਭੁੱਖ ਸਭ ਜਾਏ। ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਸਤਿਗੁਰੂ ਮਿਹਰਾਂ ਦੇ ਘਰ ਆ ਕੇ ਨਾਮ ਬਾਣੀ ਦਾ ਉਪਦੇਸ਼ ਦਿੰਦੇ ਨੇ, ਝਿਮ ਝਿਮ ਕੇ, ਥਿਮ ਥਿਮ ਕੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ।
ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਣੇ। ਜਿਵੇਂ ਅੰਮ੍ਰਿਤ ਦੇ ਸੋਮੇ ਚੱਲਦੇ ਹੋਣ, ਇਸ ਤਰ੍ਹਾਂ ਉਹ ਬਾਣੀ ਸਤਿਗੁਰੂ ਦੇ ਮੁਖ ਤੋਂ ਪ੍ਰਗਟ ਹੁੰਦੀ ਹੈ। ਤਿਸ਼ਨਾ ਭੁੱਖ ਸਭ ਜਾਏ। ਅਤੇ ਜਿਵੇਂ ਜਿਵੇਂ ਨਾਮ ਬਾਣੀ ਦਾ ਉਪਦੇਸ਼ ਅਸੀਂ ਸੁਣਦੇ ਹਾਂ, ਸਾਡੇ ਮਨ ਵਿੱਚੋਂ ਤ੍ਰਿਸ਼ਨਾ ਦੀ ਭੁੱਖ ਸਾਰੀ ਚਲੀ ਜਾਂਦੀ ਹੈ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ। ਇਹ ਮਨ ਰੂਪੀ ਬੀਬੀਹੇ ਪੰਛੀ ਜਦੋਂ ਗੁਰੂ ਰੂਪੀ ਬੱਦਲ ਦੇ ਵਿੱਚੋਂ ਨਾਮ ਦੀ ਸੁਆਂਤੀ ਬੂੰਦ ਤੈਨੂੰ ਪ੍ਰਾਪਤ ਹੋ ਗਈ, ਕੂਕ ਪੁਕਾਰ ਨਾ ਹੋਵੇ, ਫਿਰ ਤੈਨੂੰ ਦੁੱਖ ਦੀ ਕੂਕ ਤੇ ਦੁੱਖ ਨਿਵਰਤੀ ਲਈ ਅਰਦਾਸ ਕਰਨ ਦੀ ਵੀ ਲੋੜ ਨਹੀਂ ਪੈਣੀ। ਤੇਰੀ ਦਾਦ ਪੁਕਾਰ ਚੁੱਕੀ ਜਾਵੇਗੀ, ਤੇਰਾ ਸਾਰਾ ਰੋਣਾ ਧੋਣਾ ਮੁੱਕ ਜਾਵੇਗਾ। ਜੋਤੀ ਜੋਤ ਮਿਲਾਏ ਤੇ ਵਾਹਿਗੁਰੂ ਜੋਤੀ ਸਰੂਪ ਤੇਰੀ ਜੋਤ ਆਤਮਾ ਨੂੰ ਮਿਲਾਏ, ਆਪਣੇ ਨਾਲ ਮਿਲਾ ਲਵੇਗਾ। ਨਾਨਕ ਸੁਖ ਸਵਨ ਸੁਹਾਗਣੀ, ਸੱਚੈ ਨਾਮ ਸਮਾਏ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ, ਉਹ ਹਮੇਸ਼ਾ ਸੁਖ ਵਿੱਚ ਸਵਨ ਦਾ ਅਰਥ ਹੈ ਬਿਰਾਜਦੀਆਂ ਨੇ। ਗੁਰਮੁਖ ਰੂਹਾਂ ਕੌਣ ਨੇ? ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਦਿਲੋਂ ਪ੍ਰੇਮ ਕਰਦੇ ਨੇ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਹੇ। ਉਹ ਸੁਹਾਗਵੰਤੀਆਂ ਗੁਰਮੁਖ ਰੂਹਾਂ ਸੁੱਖ ਵਿੱਚ ਸੌਂਦੀਆਂ ਨੇ, ਸੁੱਖ ਵਿੱਚ ਬਿਰਾਜਦੀਆਂ ਨੇ, ਸੁੱਖ ਦੀ ਸਮਾਧੀ ਵਿੱਚ ਲੀਨ ਹੁੰਦੀਆਂ ਨੇ। ਸੱਚਾ ਨਾਮ ਸਮਾਏ ਤੇ ਸੱਚੇ ਨਾਮ ਦੇ ਵਿੱਚ ਸਮਾਈਆਂ ਰਹਿੰਦੀਆਂ, ਅਥਵਾ ਸੱਚੇ ਨਾਮ ਦੇ ਵਿੱਚ ਸਮਾ ਕੇ ਫਿਰ ਉਹਨਾਂ ਦੀ ਸੂਰਤ ਉਸ ਨਾਮ ਦੇ ਮਾਲਕ ਨਾਮੀ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ। ਇਹ ਉਹਨਾਂ ਨੂੰ ਮਹਾਨ ਫਲ ਸੇਵਾ ਭਗਤੀ ਦਾ ਮੇਵਾ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪ੍ਰਾਪਤ ਕਰਕੇ ਉਹ ਮਨ ਕਰਕੇ ਵੀ, ਬਾਣੀ ਕਰਕੇ ਵੀ, ਤਨ ਕਰਕੇ ਵੀ ਗਦਗਦ ਹੋ ਜਾਂਦੇ ਨੇ, ਸੰਤੁਸ਼ਟ ਹੋ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ ਅਤੇ ਆਨੰਦਿਤ ਹੋ ਜਾਂਦੇ ਨੇ। ਇਹ ਹੈ ਪਾਵਨ ਵਾਰਾਂ ਤੇ ਵਧੀਕ ਸ਼ਲੋਕਾਂ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਸ ਕਥਾ ਦਾ ਭਾਵ ਗੁਰਬਾਣੀ ਦਾ ਸਿਧਾਂਤ ਸਾਡੇ ਹਿਰਦੇ ਵਿੱਚ ਵਸਾਉਣ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ। ਨਾਨਕ ਸੁਖ ਸਵਨ ਸੁਹਾਗਣੀ, ਸੱਚੈ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।